आप लिहो तुम कथा सुधारी। सतनाम श्री वाहिगुरु साहिब जी। 16 से 51 ਸੰਮਤ ਮਾਸ ਅਸਾਜ 21 ਜਾਨ। ਬੁੱਢੇ ਬਾਕ ਬਖਾਨਿਓ ਤਿਸ ਦਿਨ ਸੁਨਤ ਸ਼ਰਾਨ ਪਾ ਅਨੰਦ ਮਹਾਨ। ਧੰਨ ਧੰਨ ਸਤਿਗੁਰ ਕੇ ਸਿੱਖ ਤੁਮ ਸੇਵਤ ਬਾਂਛਤ ਦੇਵਤ ਦਾਨ। ਕਰ ਬੰਧਨ ਪੁੰਨ ਪੁੰਨ ਕਰ ਬੰਦਤ ਹਰਖਤ ਉਰ ਕਰ ਕੀਨ ਪਿਆਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਨੇ। ਆਪ ਜੀ ਨੇ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਆਰਤੀ ਆਰਤੇ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਦੀ ਬੜੀ ਅਪਾਰ ਕਿਰਪਾ ਸਦਕਾ ਸਤਿਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਦੀ ਕਥਾ ਚੱਲ ਰਹੀ ਹੈ, ਜੋ ਆਪਾਂ ਸਾਰੇ ਬੜੇ ਪਿਆਰ ਬੜੀ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ ਹਾਂ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ, ਤਿਨਾਂ ਦੀ ਕੁਲ ਵਿੱਚੋਂ ਭਾਈ ਰਾਮ ਕੋਇਰ ਸਾਹਿਬ ਜੀ ਬ੍ਰਹਮ ਗਿਆਨੀ ਹੋਏ ਨੇ, ਜਿਨ੍ਹਾਂ ਨੇ 10ਵੇਂ ਪਾਤਸ਼ਾਹ ਨੂੰ ਗੁਰਿਆਈ ਦੀ ਰਸਮ ਨਿਭਾਈ ਹੈ, ਤਿਲਕ ਦਿੱਤਾ ਹੈ। ਉਹਨਾਂ ਦੇ ਕੋਲ ਹਜ਼ੂਰ ਸਾਹਿਬ ਤੋਂ ਉਹ ਸਿੰਘ ਆਏ ਸਨ ਜਿਨ੍ਹਾਂ ਨੇ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਦਾ ਕੌਤਕ ਅੱਖਾਂ ਨਾਲ ਵੇਖਿਆ ਸੀ। ਉਹ ਬੈਰਾਗ ਵਿੱਚ ਆ ਕੇ ਭਾਈ ਸਾਹਿਬ ਨੂੰ ਬੇਨਤੀ ਕਰਨ ਲੱਗੇ ਕਿ ਸਾਨੂੰ ਸਤਿਗੁਰੂ ਜੀ ਦੀ ਕਥਾ ਸੁਣਾਓ। ਉਹਨਾਂ ਦੀ ਬੇਨਤੀ ਸੁਣ ਕੇ ਭਾਈ ਰਾਮ ਕੋਇਰ ਸਾਹਿਬ ਜੀ ਨੇ ਪਿੰਡ ਰਮਦਾਸ ਦੇ ਵਿੱਚ ਇਹ ਕਥਾ ਖਾਲਸੇ ਨੂੰ ਸੁਣਾਈ ਸੀ, ਜੋ 500 ਸਾਖੀਆਂ ਦੀਆਂ 5 ਪੋਥੀਆਂ ਤਿਆਰ ਹੋਈਆਂ ਸਨ। ਜੋ ਭਾਈ ਰਾਮ ਕੋਇਰ ਜੀ ਦੀ ਨੂੰਹ ਬੀਬੀ ਪ੍ਰਧਾਨ ਜੀ, ਜੋ ਮਹਾਰਾਜਾ ਆਲਾ ਸਿੰਘ ਪਟਿਆਲਾ ਪਤੀ ਦੀ ਬੇਟੀ ਸੀ, ਔਰ ਭਾਈ ਰਾਮ ਕੌਰ ਦੇ ਬੇਟੇ ਮੋਹਰ ਸਿੰਘ ਨੂੰ ਵਿਆਹੀ ਹੋਈ ਸੀ। ਬੀਬੀ ਪ੍ਰਧਾਨ ਨੇ ਉਹ ਪੋਥੀਆਂ ਆਪਣੇ ਘਰ ਸਾਂਭ ਕੇ ਰੱਖੀਆਂ। ਬਾਅਦ ਵਿੱਚ ਉਹ ਪਟਿਆਲੇ ਪਹੁੰਚ ਗਈਆਂ, ਜਿੱਥੋਂ ਭਾਈ ਸੰਤੋਖ ਸਿੰਘ ਜੀ ਕਵੀ ਜੀ ਨੇ ਉਹ ਸਾਰਾ ਇਤਿਹਾਸ ਕਲਮਬੰਦ ਕੀਤਾ ਹੈ। ਸੋ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਮਾਤਾ ਗੰਗਾ ਜੀ ਪੁੱਤਰ ਦੀ ਜਾਚਨਾ ਲਈ ਜਦੋਂ ਗਏ ਸਨ, ਉਹ ਸਾਰਾ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਕੱਲ੍ਹ ਆਪਾਂ ਸਰਵਣ ਕੀਤਾ ਹੈ ਕਿ ਬਾਬਾ ਬੁੱਢਾ ਜੀ ਨੇ ਵਰ ਦਿੱਤਾ ਹੈ, ਮਾਤਾ ਗੰਗਾ ਜੀ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਤੇਰੇ ਘਰ ਬੜਾ ਜੋਧਾ ਪੁੱਤਰ ਸੂਰਮਾ ਪੁੱਤਰ ਬਲੀ ਪੁੱਤਰ ਪੈਦਾ ਹੋਵੇਗਾ। ਮੀਰੀ ਪੀਰੀ ਦਾ ਮਾਲਕ ਹੋਵੇਗਾ। ਜਿਵੇਂ ਮੈਂ ਗੰਢਾ ਭੰਨਿਆ ਇਵੇਂ ਜ਼ਾਲਮਾਂ ਦੇ ਸਿਰ ਭੰਨਿਆ ਕਰੇਗਾ। ਜਿਵੇਂ ਆਕਾਸ਼ ਵਿੱਚ ਬਿਜਲੀ ਲਿਸ਼ਕਦੀ ਹੈ ਇਵੇਂ ਉਹਦੀਆਂ ਤੇਗਾਂ ਲਿਸ਼ਕਿਆ ਕਰਨਗੀਆਂ। ਉਹਦਾ ਤਖਤ ਦਿੱਲੀ ਦੇ ਤਖਤ ਤੋਂ ਉੱਚਾ ਹੋਵੇਗਾ। ਉਹ ਗੱਦੀ 'ਤੇ ਨਹੀਂ, ਉਹ ਤਖਤਾਂ 'ਤੇ ਬੈਠੇਗਾ। ਇਹੋ ਜਿਹਾ ਸੂਰਮਾ ਬਲੀ ਧਰਮ ਦਾ ਰਾਖਾ ਤੇਰਾ ਪੁੱਤਰ ਹੋਵੇਗਾ। ਇਹ ਵਾਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਾ ਕਾਰਨ ਬਣਿਆ। ਬਾਬਾ ਬੁੱਢਾ ਸਾਹਿਬ ਦੇ ਮੁਖ ਤੋਂ ਇਹ ਬਚਨ ਨਿਕਲੇ ਹਨ। ਆਓ ਇਸ ਤੋਂ ਅੱਗੇ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 16 से 51 ਸੰਮਤ 1651 ਬਿਕਰਮੀ ਸੰਮਤ ਸੀ। ਮਾਸ ਅਸਾਜ 21 ਜਾਨ। ਤੇ ਅੱਸੂ ਦੀ 21ਵੀਂ ਤਿਥੀ ਸੀ। ਬੁੱਢੇ ਬਾਕ ਬਖਾਨਿਓ ਤਿਸ ਦਿਨ 21 ਤਰੀਕ ਅੱਸੂ ਦੀ, ਜਿਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਕਿਹਾ ਸੀ। ਹਾਂਜੀ। ਸੁਨਤ ਸ਼ਰਾਨ ਪਾ ਅਨੰਦ ਮਹਾਨ। ਸੁਣ ਕੇ ਮਾਤਾ ਗੰਗਾ ਜੀ ਨੂੰ ਬੜਾ ਹੀ ਆਨੰਦ ਆਇਆ, ਖੁਸ਼ੀ ਪ੍ਰਤੀਤ ਹੋਈ। ਧੰਨ ਧੰਨ ਸਤਿਗੁਰ ਕੇ ਸਿੱਖ ਤੁਮ। ਧੰਨ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਧੰਨ ਹੋ। ਧੰਨ ਗੁਰੂ ਸਾਹਿਬ ਜੀ ਦੀ ਸਿੱਖੀ ਹੈ ਜੋ ਆਪ ਜੀ ਨੇ ਕਮਾਈ ਹੈ। ਸੇਵਤ ਬਾਂਛਤ ਦੇਵਤ ਦਾਨ। ਆਪਣੀ ਸੇਵਾ ਕਰਨ ਵਾਲਿਆਂ ਨੂੰ ਮੂੰਹ ਮੰਗੀਆਂ ਮੁਰਾਦਾਂ ਦੇਣ ਵਾਲੇ ਹੋ। ਕਰ ਬੰਧਨ ਪੁੰਨ ਪੁੰਨ ਕਰ ਬੰਦਤ। ਮਾਤਾ ਗੰਗਾ ਜੀ ਹੱਥ ਜੋੜ ਜੋੜ ਕੇ ਬਾਬਾ ਬੁੱਢਾ ਸਾਹਿਬ ਨੂੰ ਨਮਸਕਾਰ ਕਰਦੇ ਹਨ। ਹਰਖਤ ਉਰ ਕਰ ਕੀਨ ਪਿਆਨ। ਔਰ ਖੁਸ਼ੀ ਖੁਸ਼ੀ ਮਾਤਾ ਜੀ ਵਾਪਸ ਸ੍ਰੀ ਅੰਮ੍ਰਿਤਸਰ ਨੂੰ ਚੱਲ ਪਏ। ਜਿਵੇਂ ਪੈਦਲ ਗਏ ਸਨ
ਉਵੇਂ ਹੀ ਨੰਗੇ ਪੈਰੀਂ ਪੈਦਲ ਆ ਰਹੇ ਹਨ। ਤਤ ਸ਼ਨ ਮਿਲੇ ਦਾਸ ਗਨ ਦਾਸੀ, ਰਸਤੇ ਵਿੱਚ ਦਾਸੀਆਂ ਦਾਸ ਅੱਗੋਂ ਦੀ ਜਾ ਕੇ ਮਿਲੇ ਹਨ। ਬਿਕਸਤ ਬੰਧਨ ਦੇਖ ਸਨਮਾਨ, ਸਾਰੀਆਂ ਸੰਗਤਾਂ ਨੇ ਮਾਤਾ ਗੰਗਾ ਜੀ ਨੂੰ ਮੱਥਾ ਟੇਕਿਆ ਹੈ ਤੇ ਵਧਾਈਆਂ ਦਿੱਤੀਆਂ ਹਨ। ਕਹਾ ਮਾਤ ਬਾਂਛਤ ਅਬ ਪਾਹਿਓ, ਸਾਰੇ ਪੁੱਛਦੇ ਨੇ ਮਾਤਾ ਜੀ ਦੱਸੋ ਜੋ ਮਨ ਦੀ ਮੁਰਾਦ ਸੀ, ਇੱਛਾ ਸੀ, ਜੋ ਮੰਗ ਸੀ ਉਹ ਤੁਹਾਨੂੰ ਪੂਰੀ ਹੋ ਗਈ ਹੈ। ਭਾਵ ਬਾਬਾ ਜੀ ਨੇ ਵਰ ਦੇ ਦਿੱਤਾ ਹੈ। ਹਾਂਜੀ, ਸੇਵੇ ਭਲੀ ਭਾਂਤ ਹਿਤ ਠਾਨ, ਤੁਸੀਂ ਬੜੇ ਪ੍ਰੇਮ ਨਾਲ ਸ਼ਰਧਾ ਨਾਲ ਗਏ ਸੀ ਮਾਤਾ ਜੀ। ਬਾਬਾ ਜੀ ਨੇ ਕੀ ਬਚਨ ਕੀਤਾ ਹੈ? ਸਭ ਕੋ ਧੀਰਜ ਦੇ ਕਹਿ ਮ੍ਰਿਦ ਬਚ, ਮਾਤਾ ਗੰਗਾ ਜੀ ਸਾਰਿਆਂ ਨੂੰ ਹੌਸਲਾ ਦੇ ਕੇ ਧੀਰਜ ਦੇ ਕੇ ਦੱਸਦੇ ਹਨ ਆਈ ਰਾਮਦਾਸਪੁਰ ਥਾਨ, ਕਿ ਸਤਿਗੁਰੂ ਜੀ ਦੀ ਕਿਰਪਾ ਹੋਈ। ਬਾਬਾ ਬੁੱਢਾ ਸਾਹਿਬ ਜੀ ਦੇ ਮੁਖ ਤੋਂ ਬੜਾ ਮਹਾਨ ਵਰ ਪ੍ਰਾਪਤ ਹੋਇਆ ਹੈ। ਇਸ ਤਰ੍ਹਾਂ ਸਾਰੀਆਂ ਦਾਸੀਆਂ ਸੇਵਾਦਾਰਾਂ ਟਹਿਲੂਆਂ ਨੂੰ ਲੈ ਕਰਕੇ ਮਾਤਾ ਜੀ ਆਪਣੇ ਨਗਰ ਸ੍ਰੀ ਗੁਰੂ ਰਾਮਦਾਸ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਚ ਪਹੁੰਚੇ ਹਨ। ਹਾਂਜੀ, ਸਭਨ ਗੁਰੂ ਕਹਿਓ ਧਿਆਨ ਧਾਰ ਕਰ, ਸਾਰੇ ਗੁਰੂ ਸਾਹਿਬਾਂ ਦਾ ਧਿਆਨ ਧਰ ਕੇ ਅਰਦਾਸਾ ਕੀਤਾ ਹੈ ਨਮਹਿ ਚਰਨ ਕਰ ਬਿਨੈ ਬਖਾਨ, ਔਰ ਗੁਰੂ ਮਹਾਰਾਜ ਦੇ ਸਰਬ ਦਰਬਾਰ ਵਿੱਚ ਮੱਥਾ ਟੇਕਿਆ ਹੈ। ਜਿਸ ਦਿਨ ਮਾਤ ਗੰਗ ਬਰ ਲੀਨਸ, ਜਿਸ ਦਿਨ ਮਾਤਾ ਗੰਗਾ ਜੀ ਨੇ ਵਰ ਲਿਆ ਹੈ, ਤਿਸ ਦਿਨ ਸੁਤ ਚਾਹਤ ਸੋ ਜਾਏ, ਉਸ ਦਿਨ ਤੋਂ ਮਾਤਾ ਜੀ ਦੇ ਮਨ ਵਿੱਚ ਇਹ ਭਾਵਨਾ ਬਣੀ ਹੈ ਕਿ ਗੁਰੂ ਸਾਹਿਬ ਦੇ ਦਰਸ਼ਨ ਰੋਜ਼ ਕਰਕੇ ਬਾਣੀ ਪੜ੍ਹ ਕੇ ਫਿਰ ਪ੍ਰਸ਼ਾਦਾ ਛਕਣਾ, ਐਸਾ ਨਿਯਮ ਕਰ ਲਿਆ ਹੈ। ਦਸ ਪ੍ਰਸ਼ਾਦ ਕਰ ਤਹਿ ਥਲ ਪਹੁੰਚ ਹੈ, ਔਰ ਮਾਤਾ ਜੀ ਰੋਜ਼ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਆਪ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਪੁਜਾਣ ਲੱਗੇ ਹਨ। ਔਰ ਮੈਂ ਬ੍ਰਿੰਦ ਕੋ ਧਿਆਨ ਧਰਾਏ, ਔਰ ਗੁਰੂ ਸਾਹਿਬਾਂ ਦਾ ਧਿਆਨ ਹਰ ਵੇਲੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਸਾਹਿਬ, ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਧਿਆਨ, ਗੁਰੂ ਰਾਮਦਾਸ ਜੀ ਦਾ ਧਿਆਨ ਧਰ ਕੇ ਅਰਦਾਸਾ ਕਰਾਉਂਦੀ ਹੈ। ਹਰ ਵੇਲੇ ਪਤੀ ਦੇਵ ਗੁਰੂ ਅਰਜਨ ਦੇਵ ਜੀ ਦੀ ਸੇਵਾ ਵਿੱਚ ਮਾਤਾ ਜੀ ਰਹਿੰਦੇ ਹਨ। ਹਾਂਜੀ, ਕਰ ਅਰਦਾਸ ਆਹਾਰ ਸੋ ਬੰਟ ਹੈ, ਔਰ ਰੋਜ਼ ਮਾਤਾ ਲੰਗਰ ਆਪ ਤਿਆਰ ਕਰਕੇ ਅਰਦਾਸਾ ਕਰਕੇ ਵੰਡਦੀ ਹੈ। ਨਿਜ ਕਰਤੇ ਸਭ ਸੇਵ ਕਰਾਏ, ਸਾਰਾ ਦਿਨ ਮਾਤਾ ਗੰਗਾ ਜੀ ਸੇਵਾ ਕਰਦੇ। ਸਾਧ ਸੰਗਤ ਜੀ, ਇੱਕ ਗੱਲ ਯਾਦ ਰੱਖਣੀ, ਜੇ ਚੰਗੀ ਔਲਾਦ ਨੂੰ ਜਨਮ ਦੇਣਾ ਹੈ ਤੇ ਮਾਵਾਂ ਨੂੰ ਤਿਆਰੀ ਕਰਨੀ ਪੈਣੀ ਹੈ। ਮਾਵਾਂ ਦੀ ਤਿਆਰੀ ਹੋਵੇ, ਔਲਾਦ ਚੰਗੀ ਹੁੰਦੀ ਹੈ। ਮਾਂ ਦੀ ਤਿਆਰੀ ਕੀ ਹੈ? ਸੇਵਾ ਤੇ ਸਿਮਰਨ। ਜੇ ਮਾਂ ਟੈਲੀਵਿਜ਼ਨ ਦੇਖਦੀ ਬੱਚੇ ਨੂੰ ਜਨਮ ਦੇਵੇਗੀ ਤੇ ਬੱਚੇ ਦੇ ਖਿਆਲ ਉੱਦਾਂ ਦੇ ਹੀ ਹੋਣਗੇ। ਜੋ ਮਾਂ ਦੇਖਦੀ ਹੈ ਉਹ ਬੱਚਾ ਦੇਖਦਾ। ਅੱਜ ਕੱਲ੍ਹ ਮੈਡੀਕਲ ਸਾਇੰਸ ਨੇ ਸਿੱਧ ਕਰ ਦਿੱਤਾ, ਬੜੀਆਂ ਫਿਲਮਾਂ ਇਹ 'ਤੇ ਬਣ ਚੁੱਕੀਆਂ ਨੇ, ਬੜੀ ਰਿਸਰਚ ਹੋ ਚੁੱਕੀ ਹੈ। ਮਾਂ ਜੋ ਕੁਝ ਖਾਂਦੀ ਹੈ ਉਹਦਾ ਅਸਰ ਬੱਚੇ 'ਤੇ ਹੁੰਦਾ ਹੈ। ਜੋ ਮਾਂ ਸੁਣਦੀ ਹੈ ਉਹ ਬੱਚੇ 'ਤੇ ਅਸਰ ਹੁੰਦਾ ਹੈ। ਜੋ ਮਾਂ ਦੇਖਦੀ ਹੈ, ਜੋ ਸੋਚਦੀ ਹੈ, ਉਹਦਾ ਸਾਰਾ ਅਸਰ ਬੱਚੇ 'ਤੇ ਪੈਂਦਾ। ਇਸ ਕਰਕੇ ਮਾਂ ਔਰ ਪਿਓ ਦੋਵਾਂ ਨੂੰ ਹੀ ਜੇ ਚੰਗੀ ਔਲਾਦ ਚਾਹੀਦੀ ਹੋਵੇ ਤਾਂ ਜਦੋਂ ਸੰਤਾਨ ਦਾ ਜਨਮ ਹੋਣਾ ਉਸ ਤੋਂ ਪਹਿਲਾਂ ਸਾਲ 2 ਸਾਲ ਆਪਣੇ ਆਪ ਨੂੰ ਸੁਧਾਰ ਲੈਣਾ ਚਾਹੀਦਾ। ਬੁਰੇ ਖਿਆਲਾਂ ਤੋਂ, ਮਾੜੀਆਂ ਚੀਜ਼ਾਂ ਤੋਂ ਹਟਾ ਕੇ ਸਤਸੰਗ, ਭਜਨ, ਸਿਮਰਨ ਵਿੱਚ ਲੱਗ ਜਾਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ, ਮੇਰੀ ਮਾਂ ਨੇ ਤੇ ਮੇਰੇ ਪਿਤਾ ਨੇ ਤਪ ਕੀਤਾ, ਪਰਮੇਸ਼ਰ ਦੀ ਭਗਤੀ ਕੀਤੀ, ਨਾਮ ਜਪਿਆ, ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਵਿਦ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਐਵੇਂ ਐਡੀਆਂ ਮਹਾਨ ਆਤਮਾ ਜਨਮ ਨਹੀਂ ਲੈਂਦੀਆਂ। ਉਹਦੇ ਵਾਸਤੇ ਸਾਧ ਸੰਗਤ ਜੀ ਮਾਂ ਦੀ ਬੰਦਗੀ, ਮਾਂ ਦੀ ਕਮਾਈ, ਪਿਤਾ ਦੀ ਭਗਤੀ ਕੰਮ ਕਰਦੀ ਹੈ। ਮਾਤਾ ਗੰਗਾ ਜੀ ਦੀ ਕੁੱਖ ਤੋਂ ਅਵਤਾਰੀ ਪੁਰਸ਼ਾਂ ਨੇ, ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਨਮ ਲੈਣਾ ਹੈ ਤੇ ਮਾਂ ਉਹਦੀ ਤਿਆਰੀ ਕਿਵੇਂ ਕਰ ਰਹੀ ਹੈ? ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਨਾ, ਬਾਣੀ ਪੜ੍ਹਦਿਆਂ ਲੰਗਰ ਤਿਆਰ ਕਰਨਾ, ਹੱਥੀਂ ਕੜਾਹ ਪ੍ਰਸ਼ਾਦ ਬਣਾਉਣਾ, ਗੁਰੂ ਕੇ ਦਰਬਾਰ ਵਿੱਚ ਭੇਜਣਾ, ਫਿਰ ਜਾ ਕੇ ਕੀਰਤਨ ਸੁਣਨਾ, ਗੁਰੂ ਕੇ ਲੰਗਰਾਂ ਦੀ ਸੇਵਾ, ਸੰਗਤਾਂ ਦੀ ਸੇਵਾ ਮਾਤਾ ਜੀ ਆਪ ਕਰਦੇ ਨੇ ਤੇ ਸਵਾਸ ਨਾਮ ਜਪਦੇ ਨੇ।
ਵਾਹਿਗੁਰੂ 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 ਦਾ ਭਜਨ ਅੱਠੇ ਪੈਰ ਚੱਲਦਾ ਹੈ। ਹਾਂਜੀ ਨੰਦਨ ਬਾਂਛਤ ਨੰਦਨ ਪਾਵਹਿ। ਹਾਂ, ਮਾਤਾ ਇੱਕੋ ਹੀ ਅਰਦਾਸ ਕਰਦੀ ਹੈ, ਗੁਰੂ ਨਾਨਕ ਦੇਵ ਜੀ ਬਾਬਾ ਬੁੱਢਾ ਜੀ ਦੇ ਮੁਖ ਤੋਂ ਨਿਕਲੇ ਹੋਏ ਬਚਨ ਪੂਰੇ ਹੋਣ। ਮੇਰੇ ਘਰ ਇਹੋ ਜਿਹਾ ਹੀ ਮਹਾਬਲੀ ਪੁੱਤਰ ਹੋਵੇ ਜਿਹੋ ਜਿਹਾ ਬਾਬਾ ਜੀ ਨੇ ਬਚਨ ਕੀਤਾ ਹੈ। ਹਾਂਜੀ ਅਬ ਲਾ ਫਲਦਾਇਕ ਵਹਿ ਥਾਏ। ਸੋ ਸਾਧ ਸੰਗਤ ਜੀ, ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਉਹ ਜਿਹੜਾ ਸਥਾਨ ਹੈ ਬੀੜ ਬਾਬੇ ਬੁੱਢੇ ਦੀ, ਉਹ ਗੁਰਦੁਆਰਾ ਬਣਿਆ ਹੋਇਆ ਜਿੱਥੇ ਅੱਜ ਵੀ ਸੰਗਤਾਂ ਪੁੱਤਰਾਂ ਦੀ ਕਾਮਨਾ ਨਾਲ ਅਰਦਾਸਾਂ ਕਰਦੀਆਂ ਹਨ। ਜੋ ਕਿਸੇ ਦੀ ਇੱਛਾ ਹੁੰਦੀ ਹੈ ਨਾ, ਪੂਰੀ ਹੁੰਦੀ ਹੈ। ਜਿਹਨੂੰ ਸੰਤਾਨ ਨਾ ਹੋਵੇ, ਬੱਚਾ ਨਾ ਹੋਵੇ, ਭਾਵਨਾ ਨਾਲ ਸਿੱਖ ਉੱਥੇ ਅਜੇ ਵੀ ਜਾਂਦੇ। ਹਜ਼ਾਰਾਂ ਸੰਗਤਾਂ ਦਾ ਤਜਰਬਾ ਹੈ, ਲੱਖਾਂ ਸੰਗਤਾਂ ਦਾ ਤਜਰਬਾ ਹੈ। ਇਹ ਮੇਰੇ ਕਹਿਣ ਦੀ ਗੱਲ ਨਹੀਂ। ਤੁਹਾਡੇ ਵਿੱਚੋਂ ਐਸੇ ਪ੍ਰੇਮੀ ਹੋਣਗੇ ਜਿਨ੍ਹਾਂ ਨੂੰ ਉੱਥੋਂ ਪੁੱਤਰ ਦੀ ਦਾਤ ਮਿਲੀ ਹੋਣੀ। ਮਿੱਸੇ ਪ੍ਰਸ਼ਾਦੇ ਲੈ ਕੇ ਜਾਂਦੀਆਂ ਸੰਗਤਾਂ, ਗੰਢੇ ਲੱਸੀ, ਅਜੇ ਵੀ ਉੱਥੇ ਮਿੱਸੇ ਪ੍ਰਸ਼ਾਦਿਆਂ ਦਾ ਲੰਗਰ ਵਰਤਦਾ ਹੀ ਰਹਿੰਦਾ। ਤੋ ਮਿੱਸੇ ਪ੍ਰਸ਼ਾਦੇ ਲੈ ਕੇ ਜਾਂਦੀਆਂ ਮਾਈਆਂ ਉਸੇ ਤਰ੍ਹਾਂ ਸੇਵਾ ਕਰਦੀਆਂ, ਅਰਦਾਸ ਕਰਦੀਆਂ, ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਤੋਂ ਪੁੱਤਰਾਂ ਦੀ ਦਾਤ ਲੈ ਕੇ ਆਉਂਦੀਆਂ। ਸੋ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ, ਇਹ ਬਚਨ ਮਾਝੇ ਵਿੱਚ ਤਾਂ ਸਾਰਿਆਂ ਦੀ ਜ਼ੁਬਾਨ ਦੇ ਉੱਤੇ, ਬਾਕੀ ਦੂਰੋਂ ਦੂਰੋਂ ਸੰਗਤਾਂ ਉੱਥੇ ਜਾਂਦੀਆਂ। ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ, ਸੋ ਇਹ ਉਹਨਾਂ ਦੇ ਅਸਥਾਨ ਦੀ ਮਹਿਮਾ ਹੈ। ਹਾਂਜੀ ਗ੍ਰਹਿ ਲਗ ਆਵਤ ਗੰਗਾ ਪਗ। ਮਾਤਾ ਗੰਗਾ ਜੀ ਵਾਪਸ ਆ ਰਹੇ ਸੀ ਜਦੋਂ ਪੈਦਲ ਚੱਲ ਕੇ। ਸੋ ਥਕਤ ਪਈ ਬਹੁ ਮ੍ਰਿਦੁਲ ਸਰੀਰ। ਕਹਿੰਦੇ ਥੱਕ ਗਏ, ਸਰੀਰ ਕੋਮਲ ਸੀਗਾ, ਕਦੀ ਇੰਨੀ ਘਾਲਣਾ ਘਾਲੀ ਨਹੀਂ ਸੀ। ਨੰਗੇ ਪੈਰੀਂ ਚੱਲ ਕੇ ਗਏ ਹਨ। 20 ਮੀਲ ਦੇ ਲਗਭਗ ਉਹ ਸਫ਼ਰ ਬਣ ਜਾਂਦਾ। ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਇੰਨੀ ਦੂਰ ਪੈਦਲ ਜਾਣਾ, ਉਹ ਵੀ ਨੰਗੇ ਪੈਰੀਂ, ਔਰ ਸਿਰ 'ਤੇ ਇੰਨਾ ਭਾਰ ਚੁੱਕਿਆ ਹੋਇਆ, ਪ੍ਰਸ਼ਾਦੇ ਬਣਾਏ ਹੋਏ, ਤੇ ਨਾਲ ਗੰਢੇ ਤੇ ਨਾਲ ਇਹ ਲੱਸੀ ਦਾ ਵੱਡਾ ਸਾਰਾ ਦੋਨਾ ਜਾਂ ਕਹਿ ਲਓ ਚਾਟੀ ਲੱਸੀ ਦੀ, ਉਹ ਸਿਰ ਦੇ ਉੱਤੇ ਰੱਖੀ ਹੋਈ। ਇਸ ਤਰ੍ਹਾਂ ਗਏ ਸਨ। ਵਾਪਸ ਵੀ ਉਸੇ ਤਰ੍ਹਾਂ ਨੰਗੇ ਪੈਰੀਂ ਗੁਰੂ ਗੁਰੂ ਜਪਦੇ ਆ ਰਹੇ ਹਨ। ਖਾਨ ਪੁਨ ਕੀਨਸ ਕਛ ਨਹਿ। ਤੇ ਕੁਝ ਸਵੇਰ ਦਾ ਛਕਿਆ ਵੀ ਨਹੀਂ। ਜਿਸ ਤਰ੍ਹਾਂ ਸੁੱਕੇ ਮੂੰਹ ਗਏ ਸਨ, ਉਸੇ ਤਰ੍ਹਾਂ ਹੀ ਵਾਪਸ ਮਾਤਾ ਜੀ ਆਏ ਹਨ। ਸੁੱਕੇ ਅਦਰਣ ਪੀਨੋ ਨੀਰ। ਔਰ ਸਾਧ ਸੰਗਤ ਜੀ, ਬੁੱਲ ਸੁੱਕੇ ਹੋਏ ਨੇ, ਜਲ ਵੀ ਨਹੀਂ ਛਕਿਆ। ਚਰਨ ਅਰਣ ਅਤ ਰੁਦਰ ਚਤਵਤ। ਲਾਲ ਲਾਲ ਮਾਤਾ ਜੀ ਦੇ ਸੋਹਣੇ ਚਰਨਾਂ ਚੋਂ ਲਹੂ ਚੋਂਦਾ ਹੈ। ਹਾਂਜੀ ਜਨ ਲਪਟੀ ਧੂਰ ਅੰਗ ਅਰ ਚੀਰ। ਔਰ ਮਿੱਟੀ ਉੱਡ ਉੱਡ ਕੇ ਸਰੀਰ ਤੇ ਕੱਪੜਿਆਂ ਤੇ ਪਈ ਹੋਈ ਹੈ, ਕਿਉਂਕਿ ਉਹਨਾਂ ਦਿਨਾਂ ਵਿੱਚ ਸੜਕਾਂ ਕੱਚੀਆਂ ਹੁੰਦੀਆਂ ਸਨ, ਗੋਹਰਾਂ ਹੀ ਹੁੰਦੀਆਂ ਸਨ, ਤੇ ਉਹਨਾਂ ਗੋਹਰਾਂ ਦੇ ਵਿੱਚ ਲੋਕ ਜਾਂਦੇ ਤੇ ਗੱਡਿਆਂ ਦੇ ਨਾਲ ਜਿਹੜੀ ਮਿੱਟੀ ਉੱਡਦੀ ਸੀ ਉਹ ਕੱਪੜਿਆਂ ਤੇ ਪੈ ਜਾਂਦੀ ਸੀ। ਧੰਨ ਮਾਤਾ ਗੰਗਾ, ਧੰਨ ਮਾਤਾ ਗੰਗਾ ਦੀ ਕਮਾਈ ਹੈ ਸਾਧ ਸੰਗਤ ਜੀ। ਸ਼ੁੱਧਤ ਤ੍ਰਿਖਤ ਪੁਨ ਸ਼ਰਮ ਬਹੁ ਹੋਵਾ। ਇਸ ਤਰ੍ਹਾਂ ਭੁੱਖ ਤੇ ਪਿਆਸ ਨਾਲ, ਥਕਾਵਟ ਨਾਲ ਸਰੀਰ ਬਹੁਤ ਥੱਕ ਗਿਆ ਹੈ। ਹਾਂਜੀ ਤਉ ਪ੍ਰੇਮ ਤੇ ਤਜੀ ਨ ਧੀਰ। ਪਰ ਅੰਦਰ ਜਿਹੜਾ ਪਿਆਰ ਹੈ ਗੁਰੂ ਘਰ ਦਾ, ਕਿ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਮੈਨੂੰ ਪੁੱਤਰ ਮਿਲੇਗਾ, ਉਸ ਕਰਕੇ ਧੀਰਜ ਨਹੀਂ ਛੱਡੀ, ਹੌਸਲਾ ਰੱਖਿਆ ਹੈ। ਬੜੀ ਘਾਲਣਾ ਘਾਲ ਕੇ ਮਾਤਾ ਜੀ ਵਾਪਸ ਆਏ ਹਨ। ਸਰਬ ਆਰਬਲ ਸੁਖ ਸੋ ਬੀਤੀ ਨਹੀਂ। ਸਾਰੀ ਉਮਰ ਮਾਤਾ ਜੀ ਦੀ ਸੁਖ ਨਾਲ ਬੀਤੀ ਸੀ। ਨਹੀਂ ਵਿਸਾਦ ਭਇਓ ਕਬ ਕੋਏ। ਕਦੀ ਸਰੀਰ ਨੂੰ ਇੰਨਾ ਕਸ਼ਟ ਨਹੀਂ ਸੀ ਆਇਆ। ਗਮਨ ਪੰਥ ਕੋ ਕਹੋ ਕਬ ਕੀਨਸ। ਕਦੀ ਪੈਦਲ ਤੁਰੇ ਨਹੀਂ ਸਨ, ਰੱਥਾਂ ਤੇ ਪਾਲਕੀਆਂ ਤੇ ਜਾਂਦੇ ਸਨ। ਜਾਂਤੇ ਅਧਿਕ ਥਕਤ ਭਈ ਸੋਏ। ਇਸ ਕਰਕੇ ਮਾਤਾ ਜੀ ਬਹੁਤ ਜ਼ਿਆਦਾ ਥੱਕ ਗਏ ਹਨ। ਨੀਠ ਨੀਠ ਕਰ ਆਨ ਪਹੁੰਚੀ। ਔਰ ਸਹਿਜੇ ਸਹਿਜੇ ਵਾਪਸ ਸ੍ਰੀ ਅੰਮ੍ਰਿਤਸਰ ਆ ਪਹੁੰਚੇ। ਪਾਏ ਸੋ ਬਾਂਛਤ ਹਰਖਤ ਹੋਏ। ਔਰ ਜੋ ਮਨ ਦੀ ਮੁਰਾਦ ਸੀ ਉਹ ਪੂਰੀ ਹੋ ਗਈ। ਬਾਬਾ ਜੀ ਨੇ ਵਰ ਦੇ ਦਿੱਤਾ, ਬਾਬਾ ਬੁੱਢਾ ਸਾਹਿਬ ਜੀ ਨੇ, ਕਿ ਮਾਤਾ ਜੀ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਤੇਰੇ ਘਰ ਬਲੀ ਪੁੱਤਰ ਜੋਧਾ ਪੁੱਤਰ ਪੈਦਾ ਹੋਵੇਗਾ। ਇਸ ਕਰਕੇ ਮਾਤਾ ਜੀ ਖੁਸ਼ ਪ੍ਰਸੰਨ ਹਨ। ਕਛੂ ਖੇਦ ਕੋ ਗਿਣਤ ਨਹੀਂ। ਉਹ ਮਨ ਦੇ ਵਿੱਚ ਕੋਈ ਖੇਦ ਦੁੱਖ ਨਹੀਂ ਗਿਣ ਰਹੇ। ਉਹ ਜਿਹੜਾ ਥਕਾਵਟ ਕਸ਼ਟ ਹੈ ਉਹਦੇ ਭੁੱਲਿਆ ਹੋਇਆ। ਜਦੋਂ ਸਾਧ ਸੰਗਤ ਜੀ ਕਿਸੇ ਨੂੰ ਖੁਸ਼ੀ ਹੁੰਦੀ ਹੈ ਨਾ, ਖੁਸ਼ੀ ਦੇ ਵਿੱਚ ਤਕਲੀਫਾਂ ਭੁੱਲ ਜਾਂਦੀਆਂ ਨੇ। ਹਾਂਜੀ ਚਰਨ ਕਾਲ ਕੀ
ਚਿੰਤਾ ਖੋਏ। ਲੰਮੇ ਸਮੇਂ ਦੀ ਭਾਰੀ ਚਿੰਤਾ ਦੂਰ ਹੋ ਗਈ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਮੁਖ ਤੋਂ ਬਚਨ ਨਿਕਲੇ ਨੇ। ਉਹਨਾਂ ਬਚਨਾਂ ਦਾ ਪੂਰਨ ਵਿਸ਼ਵਾਸ ਮਾਤਾ ਜੀ ਨੂੰ ਹੈ। ਹਾਂਜੀ, ਕੁਸ਼ਨ ਉਦਕ ਕਰ ਚਰਨ ਪਖਾਰੇ। ਆਏ ਨੇ ਮਾਤਾ ਜੀ ਘਰ, ਜਲ ਗਰਮ ਕਰਕੇ ਦਾਸੀਆਂ ਨੇ ਚਰਨ ਧੋਏ ਨੇ। ਹਾਂਜੀ, ਦਾਸੀ ਬ੍ਰਿੰਦ ਕਰ ਹੈ ਸਭ ਸੇਵ। ਦਾਸੀਆਂ ਨੇ ਗਰਮ ਪਾਣੀ ਨਾਲ ਮਾਤਾ ਜੀ ਦੇ ਚਰਨ ਧੋ ਕੇ ਮਾਤਾ ਜੀ ਨੂੰ ਪਲੰਘ ਤੇ ਬਿਠਾਇਆ ਹੈ ਤੇ ਦਾਸੀਆਂ ਮੁੱਠੀ ਚਾਪੀ ਕਰਨ ਲੱਗੀਆਂ ਹਨ, ਸੇਵਾ ਕਰਨ ਲੱਗੀਆਂ ਹਨ। ਤਬਲਾ ਸੰਧਿਆ ਪੀਰ ਅਬ ਅਸਤ। ਇਹਨੇ ਨੂੰ ਸ਼ਾਮ ਹੋ ਗਈ ਹੈ, ਸੂਰਜ ਛਿਪ ਗਿਆ ਹੈ ਕਹਿਤ ਭਈ ਭੋਜਨ ਲਿਹੁ ਜੇਵ। ਤੇ ਦਾਸੀਆਂ ਕਹਿੰਦੀਆਂ ਮਾਤਾ ਜੀ ਪ੍ਰਸ਼ਾਦਾ ਤਿਆਰ ਹੈ, ਲੰਗਰ ਛਕ ਲਓ। ਪਤ ਦਰਸ਼ਨ ਅਰ ਅਸਨ ਅਸਨ। ਮਾਤਾ ਜੀ ਕਹਿੰਦੇ ਹੈ ਕਿ ਮਹਾਰਾਜ ਸਤਿਗੁਰੂ ਪਤੀ ਦੇਵ ਜੀ ਆ ਜਾਣ। ਸਤਿਗੁਰੂ ਜੀ ਦੇ ਆਉਣ ਤੋਂ, ਉਹਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਪ੍ਰਸ਼ਾਦਾ ਛਕਾਂਗੀ। ਕਰਦ ਉਡੀਕਨ ਬੈਠੀ ਏਵ। ਇਸ ਤਰ੍ਹਾਂ ਮਾਤਾ ਜੀ ਉਡੀਕਦੇ ਹਨ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਨੂੰ। ਸੁਨ ਸੁਨ ਸਦਨ ਆਨੰਦ ਮਨ ਹੱਠ ਹੈ। ਸਾਰੇ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਸਾਰੀਆਂ ਦਾਸੀਆਂ ਅੱਜ ਖੁਸ਼ ਨੇ। ਇਤਨੇ ਮਹਿ ਆਏ ਗੁਰਦੇਵ। ਇਹਨੇ ਨੂੰ ਗੁਰਦੇਵ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਿਲਾਂ 'ਚ ਵਾਪਸ ਆ ਗਏ ਨੇ। ਥਿਤ ਭਰਿਅੰਕ ਪਰ ਸਤਿਗੁਰ ਹੋਏ। ਸਤਿਗੁਰੂ ਪਲੰਘ ਦੇ ਉੱਤੇ ਆ ਕੇ ਬੈਠ ਗਏ ਨੇ। ਪ੍ਰਸੰਗ ਪੁੱਛੋ ਕਿਮਕੀਨ। ਔਰ ਮਾਤਾ ਗੰਗਾ ਜੀ ਨੂੰ ਪੁੱਛਦੇ ਨੇ, ਗੰਗਾ ਜੀ ਦੱਸੋ ਅੱਜ ਦਾ ਕੀ ਪ੍ਰਸੰਗ ਹੈ? ਅੱਜ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ 'ਚ ਗਏ ਸੀ, ਬਾਬਾ ਜੀ ਨੇ ਅੱਜ ਕੀ ਬਚਨ ਕੀਤਾ ਹੈ? ਹਾਂਜੀ, ਬਨੀ ਵਾਰਤਾ ਸਰਬ ਸ਼ੋਰ ਤੇ। ਸਾਧ ਸੰਗਤ ਜੀ ਸਾਰੀ ਗੱਲ ਮਾਤਾ ਗੰਗਾ ਜੀ ਵਿਸਥਾਰ ਦੇ ਨਾਲ ਦੱਸਦੇ ਨੇ ਪੁੱਤਰ ਖੜਗ ਧਾਰੀ ਬਰਦੀਨ। ਕਿ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਵਾਰ ਦਿੱਤਾ ਵੀ ਖੜਗ ਧਾਰੀ ਪੁੱਤਰ ਹੋਵੇਗਾ, ਜਿਹਦੇ ਗਾਤਰੇ 'ਚ 2 ਤਲਵਾਰਾਂ ਮੀਰੀ ਪੀਰੀ ਦੀਆਂ ਸਜਣਗੀਆਂ। ਉਹ ਬਲੀ ਜੋਧਾ ਸ਼ਸਤਰ ਧਾਰੀ ਸੂਰਮਾ ਅਵਤਾਰਾਂ ਸਿਰ ਅਵਤਾਰ ਪੈਦਾ ਹੋਵੇਗਾ। ਹਾਂਜੀ, ਸੇਵ ਬਿਲੋਕ ਪ੍ਰਸੰਨ ਭਏ ਅਤ। ਬਾਬਾ ਬੁੱਢਾ ਸਾਹਿਬ ਜੀ ਅੱਜ ਬੜੇ ਹੀ ਖੁਸ਼ ਸਨ। ਜਦੋਂ ਮੈਂ ਗਈ ਪ੍ਰਸ਼ਾਦੇ ਲੈ ਕੇ, ਅੱਗੋਂ ਦੀ ਲੈਣ ਆਏ ਤੇ ਮੈਨੂੰ ਕਹਿਣ ਲੱਗੇ ਅੱਜ ਤੇ ਮਾਂ ਆਪਣੇ ਪੁੱਤਰ ਨੂੰ ਭੁੱਖਾ ਜਾਣ ਕੇ ਪ੍ਰਸ਼ਾਦੇ ਲਿਆਈ ਹੈ। ਤੇ ਬੜੀ ਕਾਹਲੀ ਨਾਲ ਬਾਬਾ ਜੀ ਨੇ ਆਪ ਹੀ ਪ੍ਰਸ਼ਾਦੇ ਖੋਲ੍ਹੇ, ਗੰਢਾ ਭੰਨਿਆ ਤੇ ਨਾਲ ਹੀ ਕਹਿ ਦਿੱਤਾ ਵੀ ਜਿਵੇਂ ਅਸੀਂ ਗੰਢਾ ਭੰਨਿਆ ਇਵੇਂ ਮੁਗਲਾਂ ਦੇ ਸਿਰ ਭੰਨਣ ਵਾਲਾ, ਜ਼ਾਲਮਾਂ ਦੇ ਸਿਰ ਭੰਨਣ ਵਾਲਾ ਆਵੇਗਾ। ਹਾਂਜੀ, ਅਦਕ ਅਦਕ ਕਹਿ ਬਾਕ ਪ੍ਰਬੀਨ। ਇਸ ਤਰ੍ਹਾਂ ਦੇ ਬਚਨ ਖੁਸ਼ੀ ਵਿੱਚ ਕਹੀ ਗਏ ਬਾਬਾ ਜੀ। ਜਿਵੇਂ ਬਿਜਲੀ ਲਿਸ਼ਕਦੀ ਅਸਮਾਨ 'ਚ, ਇੱਦਾਂ ਉਹਦੀਆਂ ਤੇਗਾਂ ਲਿਸ਼ਕਣਗੀਆਂ। ਹਾਂਜੀ, ਪੀਰੀ ਮੀਰੀ ਪਰਤ ਹੈ ਦੋਨੋਂ। ਉਹ ਮੀਰੀਆਂ ਦਾ ਮਾਲਕ ਹੋਵੇਗਾ, ਉਹ ਪੀਰੀਆਂ ਦਾ ਮਾਲਕ ਹੋਵੇਗਾ। ਮੀਰੀਆਂ ਪੀਰੀਆਂ ਉਹਦੇ ਘਰ 'ਚ ਰਹਿਣਗੀਆਂ। ਹਾਂਜੀ, ਦੀਲ ਬਲੰਦ ਸਬਲ ਹੋਏ ਪੀਨ। ਉਹ ਬੜੇ ਬਲੀ ਯੋਧੇ ਹੋਣਗੇ, ਇਤਨੇ ਮਹਾਪ੍ਰਤਾਪੀ ਵੱਡੇ ਕੱਦ ਕਾਠ ਵਾਲੇ ਸੂਰਮੇ ਹੋਣਗੇ ਵੀ ਦੁਨੀਆ ਵਿੱਚ ਉਹਨਾਂ ਜਿੰਨਾ ਕਿਸੇ ਦਾ ਨਾ ਕੱਦ ਹੋਵੇਗਾ, ਨਾ ਕਿਸੇ ਜਿੰਨੀ ਤਾਕਤ ਹੋਵੇਗੀ, ਨਾ ਇੰਨਾ ਕੋਈ ਸੋਹਣਾ ਹੋਵੇਗਾ। ਸਾਰੀ ਦੁਨੀਆ ਤੋਂ ਸੋਹਣੇ ਹੋਣਗੇ। ਹਾਂਜੀ, ਕਿਰਪਾ ਆਪ ਕੀ ਤੇ ਪਰ ਬਾਇਸ। ਇਹ ਪਤੀ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਤੁਹਾਡੀ ਕਿਰਪਾ ਹੋਈ, ਤੁਸੀਂ ਮੈਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਰਾਹ ਦੱਸਿਆ ਤੇ ਉਹਨਾਂ ਮਹਾਂਪੁਰਸ਼ਾਂ ਨੇ ਬਚਨ ਕਰ ਦਿੱਤਾ। ਕਿਰਪਾ ਗੁਰੂ ਦੀ ਹੁੰਦੀ ਹੈ, ਬਹਾਨੇ ਕਈ ਬਣਦੇ ਹਨ। ਕਿਰਪਾ ਆਪ ਜੀ ਦੀ ਹੋਈ ਹੈ ਤੇ ਵਰ ਬਾਬਾ ਬੁੱਢਾ ਸਾਹਿਬ ਜੀ ਦੇ ਮੁਖ ਤੋਂ ਨਿਕਲਿਆ, ਕਿਉਂਕਿ ਗੁਰੂ ਸਿੱਖ, ਸਿੱਖ ਗੁਰੂ ਹੈ ਏਕੋ। ਗੁਰੂ ਤੇ ਸਿੱਖ, ਸਿੱਖ ਤੇ ਗੁਰੂ ਦੋ ਨਹੀਂ ਹੁੰਦੇ, ਇੱਕ ਹੀ ਰੂਪ ਹੁੰਦਾ। ਗੁਰੂ ਸਿੱਖ, ਸਿੱਖ ਗੁਰੂ ਹੈ ਏਕੋ। ਗੁਰੂ ਉਪਦੇਸ਼ ਚਲਾਏ, ਜਿਹੜੇ ਗੁਰੂ ਦੇ ਉਪਦੇਸ਼ ਤੇ ਚੱਲਣ ਵਾਲੇ ਹਨ, ਬਾਬੇ ਬੁੱਢੇ ਵਰਗੇ, ਗੁਰੂ ਦਾ ਹੀ ਰੂਪ ਹੁੰਦੇ ਹਨ। ਆਪ ਜੀ ਦੀ ਰਸਨਾ ਤੋਂ ਬਚਨ ਨਿਕਲਿਆ ਵੀ ਉੱਥੋਂ ਵਰ ਮਿਲੇਗਾ, ਸੋ ਮਿਲ ਗਿਆ ਹੈ। ਹਾਂਜੀ, ਔਚਕ ਭਏ ਸ਼ਗਨ ਸ਼ਬ ਆਏ। ਔਰ ਅਚਾਨਕ ਜਦੋਂ ਬਾਬਾ ਜੀ ਪ੍ਰਸ਼ਾਦਾ ਛਕਣ ਲੱਗੇ ਤੇ ਆਕਾਸ਼ ਦੇ ਵਿੱਚ ਬੱਦਲ ਆ ਗਏ ਤੇ ਗਰਜਣ ਲੱਗ ਪਏ ਤੇ ਬਿਜਲੀ ਲਿਸ਼ਕਣ ਲੱਗ ਪਈ। ਉਹਨਾਂ ਨੂੰ ਦੇਖ ਕੇ ਬਾਬਾ ਜੀ ਨੇ ਬਚਨ ਵੀ ਉਦਾਂ ਦੇ ਕੀਤੇ ਫਿਰ। ਹਾਂਜੀ, ਕਰਜਿਓ ਕੰਨ ਅਰ ਚਮਕੀ ਤੜਤਾ। ਬੱਦਲ ਲਿਸ਼ਕੇ, ਬੱਦਲ ਚਮਕੇ, ਗਰਜੇ ਤੇ ਬਿਜਲੀ ਲਿਸ਼ਕੀ ਜਦੋਂ। ਹਾਂਜੀ, ਤਿਨ ਕੋ ਦੇਖ ਬ੍ਰਿਧ ਹਰ ਖਾਏ। ਉਹਨਾਂ ਨੂੰ ਵੇਖ ਕੇ ਬਾਬਾ ਜੀ ਖੁਸ਼ ਹੋਏ। ਹਾਂਜੀ, ਬੈਠਾ ਹੈ ਤਖਤ ਮਹਿਦ ਹੋਏ ਜੋਦਾ। ਕਹਿਣ ਲੱਗੇ
ਤਖਤਾਂ ਦੇ ਬਹਿਣ ਵਾਲਾ ਹੋਵੇਗਾ, ਉਹ ਤਖਤ ਬਣਾਵੇਗਾ, ਮੀਰੀ ਪੀਰੀ ਦਾ ਮਾਲਕ ਯੋਧਾ ਹੋਵੇਗਾ। ਹਾਂਜੀ, ਹਨ ਹੈ ਰਿਪਨ ਸਮੁਦਾਇ, ਉਹ ਵੈਰੀਆਂ ਦੁਸ਼ਟਾਂ ਪਾਪੀਆਂ ਨੂੰ ਸੋਧੇਗਾ। ਉਹਦੀ ਤੇਗ ਦੀ ਧਾਰ ਦੁਸ਼ਮਣ ਦੇ ਦੰਦ ਖੱਟੇ ਕਰੇਗੀ, ਉਹਦੇ ਸਾਹਮਣੇ ਕੋਈ ਠਹਿਰ ਨਹੀਂ ਸਕੇਗਾ। ਵੱਡੇ ਵੱਡੇ ਯੋਧਿਆਂ ਜ਼ਾਲਮਾਂ ਨੂੰ ਨੱਥ ਪਾਵੇਗਾ। ਐਸਾ ਉਹ ਹੋਵੇਗਾ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟਗੜ੍ਹ, ਉਹ ਇਤਨਾ ਬਲੀ ਯੋਧਾ ਹੋਵੇਗਾ, ਉਹਦੇ ਸਾਹਮਣੇ ਬਾਦਸ਼ਾਹਾਂ ਦਾ ਤੇਜ ਪ੍ਰਤਾਪ ਫਿੱਕਾ ਪੈ ਜਾਏਗਾ। ਪੱਗ ਤੇਰੀ ਕੀ ਜਹਾਂਗੀਰ ਦੀ, ਮੱਥੇ ਅਬਦੁੱਲੇ ਨੇ ਗਾਇਆ ਨਾ, ਉਹ ਕਹਿੰਦੇ ਪੱਗ ਤਾਂ ਛੇਵੇਂ ਪਾਤਸ਼ਾਹ ਤੁਸੀਂ ਬੰਨੀ ਆ, ਜਹਾਂਗੀਰ ਦੀ ਕੀ ਹੈ, ਉਹਦੀ ਕੀ ਮਜਾਲ ਹੈ ਤੇਰੇ ਸਾਹਮਣੇ। ਇਹੋ ਜਿਹੇ ਮਹਾਰਾਜ ਛੇਵੇਂ ਪਾਤਸ਼ਾਹ ਹੋਣਗੇ। ਹਾਂਜੀ, ਗੁਣ ਵਿਸ਼ਾਲ ਨਿਜ ਬੰਸ ਬਰਧਾਵ ਹੈ, ਬੜੇ ਗੁਣਾਂ ਦਾ ਮਾਲਕ ਹੋਵੇਗਾ। ਉਹ ਗੁਰੂ ਰਾਮਦਾਸ ਦਾ ਪੋਤਰਾ, ਸਾਰੇ ਸੋਢੀ ਬੰਸ ਨੂੰ ਬਹੁਤ ਵਾਧਾ ਕਰੇਗਾ। ਹਾਂਜੀ, ਗੁਰ ਘਰ ਮਹਿ ਅਸ ਸੁਤ ਉਪਜਾਏ, ਗੁਰੂ ਘਰ 'ਚ ਐਸਾ ਪੁੱਤਰ ਪੈਦਾ ਹੋਵੇਗਾ। ਇਹ ਬਚਨ ਬਾਬੇ ਬੁੱਢੇ ਸਾਹਿਬ ਜੀ ਨੇ ਕਿਹਾ ਹੈ। ਹਾਂਜੀ, ਸੁਨਤ ਪ੍ਰਸੰਨ ਭਏ ਗੁਰ ਅਰਜਨ, ਇਹ ਸੁਣ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਖੁਸ਼ ਹੋਏ ਕਿ ਛੇਵੇਂ ਪਾਤਸ਼ਾਹ ਦਾ ਅਵਤਾਰ ਦਾ ਸਮਾਂ ਨੇੜੇ ਆ ਗਿਆ ਹੈ। ਹਾਂਜੀ, ਮਹਿਮਾ ਸੰਤਨ ਕਰ ਹੈ ਉਚਾਰ, ਮਹਾਰਾਜ ਗੁਰੂ ਅਰਜਨ ਦੇਵ ਜੀ ਗੰਗਾ ਜੀ ਨੂੰ ਕਹਿੰਦੇ, ਗੰਗਾ ਜੀ ਇਹਨਾਂ ਸੰਤਾਂ ਦੀ ਮਹਿਮਾ ਬੜੀ ਮਹਾਨ ਹੈ। ਸੰਤ ਦੀ ਮਹਿਮਾ ਕੋਈ ਕਹਿ ਨਹੀਂ ਸਕਦਾ। ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਣੋ। ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਮਹਾਰਾਜ ਕਹਿੰਦੇ ਸੰਤਨ ਕੀ ਮਹਿਮਾ ਕਵਨ ਬਖਾਨੋ, ਮੈਂ ਸੰਤਾਂ ਮਹਾਂਪੁਰਸ਼ਾਂ ਦੀ ਕੀ ਮਹਿਮਾ ਕਹਾਂ। ਅਗਾਧ ਬੋਧ ਮਹਿਮਾ ਹੈ, ਕੋਈ ਉਹਦੀ ਮਰਜ਼ਾਦਾ ਮਿਤ ਦੱਸ ਨਹੀਂ ਸਕਦਾ। ਹਾਂਜੀ, ਸ਼ੋਸ਼ਕ ਸਥਲ ਜਲ ਪਲ ਮਹਿ ਪੂਰੈ, ਸੰਤ ਮਹਾਤਮਾ ਸੁੱਕੇ ਥਾਵਾਂ ਤੇ ਦਰਿਆ ਵਗਾ ਦਿੰਦੇ ਹਨ। ਜਿੱਥੇ ਪਾਣੀ ਨਹੀਂ ਹੁੰਦਾ ਉੱਥੇ ਸਰੋਵਰ ਦਰਿਆ ਚਲਾ ਦਿੰਦੇ ਨੇ, ਚਸ਼ਮੇ ਚਲਾ ਦਿੰਦੇ ਨੇ। ਬੇਅੰਤ ਥਾਵਾਂ ਤੇ ਐਸਾ ਹੋਇਆ ਹੈ ਵੀ ਜਿੱਥੇ ਪਾਣੀ ਕੋਈ ਨਹੀਂ ਸੀ, ਉੱਥੇ ਸਤਿਗੁਰਾਂ ਦੇ ਸੰਤਾਂ ਨੇ ਕਿੰਨੇ ਚਸ਼ਮੇ ਚਲਾ ਦਿੱਤੇ, ਕਿੰਨੇ ਸਰੋਵਰ ਲਾ ਦਿੱਤੇ, ਕਿੰਨੇ ਖੂਹ ਲਾ ਦਿੱਤੇ। ਸੁੱਕੀਆਂ ਥਾਵਾਂ ਹਰੀਆਂ ਕਰ ਦਿੰਦੇ ਨੇ ਜੇ ਕਿਰਪਾ ਕਰ ਦੇਣ ਤਾਂ। ਹਾਂਜੀ, ਪੂਰਨ ਸ਼ੋਸ਼ਕ ਕਰ ਹੈ ਇੱਕ ਬਾਰ, ਤੇ ਭਰੇ ਹੋਏ ਤਲਾਅ ਸੁਕਾ ਵੀ ਦਿੰਦੇ ਨੇ। ਆਪਣੀ ਮੌਜ ਵਿੱਚ ਆਣ ਤੇ ਸੁੱਕਿਆਂ ਨੂੰ ਹਰੇ ਕਰ ਦੇਣ। ਜੇ ਕਿਤੇ ਦੂਜੇ ਪਾਸੇ ਚੱਲ ਪੈਣ ਤੇ ਹਰਿਆਂ ਨੂੰ ਸੁਕਾਉਂਦਿਆਂ ਵੀ ਦੇਰ ਨਹੀਂ ਲਾਉਂਦੇ। ਉਹਨਾਂ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ। ਸੰਤਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਹਾਂਜੀ, ਰੰਕ ਰਾਵਤੇ ਰਾਵ ਰੰਕ ਤੇ, ਹਾਂ, ਰਾਜੇ ਨੂੰ ਰਾਜਾ ਭਿਖਾਰੀ ਬਣਾ ਦਿੰਦੇ ਨੇ, ਭਿਖਾਰੀ ਨੂੰ ਰਾਜਾ ਬਣਾ ਦਿੰਦੇ ਨੇ। ਜੇ ਉਹਨਾਂ ਦੀ ਕਿਰਪਾ ਹੋ ਜਾਏ, ਭੀਖ ਮੰਗਣ ਵਾਲਾ ਭਿਖਾਰੀ ਬਾਦਸ਼ਾਹ ਬਣ ਜਾਂਦਾ। ਉਹਨਾਂ ਦੀ ਕਰੋਪੀ ਹੋ ਜਾਏ, ਰਾਜਾ ਭੀਖ ਮੰਗਣ ਲੱਗ ਜਾਂਦਾ। ਉਹਨਾਂ ਦੀ ਖੇਡ ਹੁੰਦੀ ਹੈ, ਜੋ ਚਾਹਣ ਉਹ ਕਰ ਸਕਦੇ ਨੇ। ਹਾਂਜੀ, ਮ੍ਰਿਤ ਜੀਵਾਇ ਜਿਵਤ ਦੇ ਮਾਰ, ਉਹ ਮਰਿਆਂ ਨੂੰ ਜਿੰਦੇ ਕਰ ਦਿੰਦੇ ਨੇ, ਜਿਉਂਦਿਆਂ ਨੂੰ ਮਾਰ ਦਿੰਦੇ ਨੇ। ਬਚਨ ਦੇ ਨਾਲ ਹੀ ਸਭ ਕੁਝ ਕਰ ਦਿੰਦੇ ਨੇ। ਇਹਨਾਂ ਸੰਤਾਂ ਦੀ ਮਹਿਮਾ ਬੜੀ ਅਗਾਧ ਬੋਧ ਹੈ। ਹਾਂਜੀ, ਅਚਲ ਚਲਾਵ ਹੈ ਚਲਤ ਥਰਾਵ ਹੈ। ਮਹਾਰਾਜ ਕਹਿੰਦੇ ਗੰਗਾ ਜੀ ਜਿਹੜੇ ਦਰਿਆ ਚੱਲਦੇ ਨੇ ਉਹਨਾਂ ਨੂੰ ਰੋਕ ਦਿੰਦੇ ਨੇ, ਜਿਹੜੇ ਪਹਾੜ ਖੜੇ ਨੇ ਉਹਨਾਂ ਨੂੰ ਚਲਾ ਦਿੰਦੇ ਨੇ। ਇਹ ਸੰਤਾਂ ਦੀ ਤਾਕਤ ਹੁੰਦੀ ਹੈ। ਹਾਂਜੀ, ਬਾਕ ਅਮਿਟ ਹੈ ਪ੍ਰਗਟ ਸੰਸਾਰ, ਸਾਧ ਸੰਗਤ ਜੀ ਬੇਅੰਤ ਜਗ੍ਹਾ ਤੇ ਐਸੀਆਂ ਮਿਸਾਲਾਂ ਮਿਲਦੀਆਂ ਨੇ, ਜੋ ਨਹੀਂ ਹੋ ਸਕਦਾ ਉਹ ਕੀਤਾ। ਅੱਜ ਵੀ ਤੁਸੀਂ ਪੌਂਟੇ ਸਾਹਿਬ ਚਲੇ ਜਾਓ, ਉੱਥੇ 2 ਮੀਲ ਉੱਪਰ ਜਾਓ ਤੇ ਜਮਨਾ ਬੜਾ ਸ਼ੋਰ ਕਰਦੀ ਹੈ, ਤੇ ਪੌਂਟੇ ਸਾਹਿਬ ਆਓ ਤੇ ਬਿਲਕੁਲ ਸ਼ਾਂਤ ਹੈ। ਉਦੋਂ ਅੱਗੇ ਮੀਲ ਆ ਜਾਓ ਫਿਰ ਬੜਾ ਸ਼ੋਰ ਕਰਦੀ ਹੈ। ਉੱਥੋਂ ਪੁੱਛੋ ਵੀ ਇਹ ਕੀ ਕਾਰਨ ਹੈ, ਤਾਂ ਉਹ ਸਿੰਘ ਪੁਰਾਤਨ ਉੱਥੇ ਦੇ ਦੱਸਦੇ ਨੇ ਵੀ ਇੱਥੇ 10ਵੇਂ ਪਾਤਸ਼ਾਹ 52 ਕਵੀਆਂ ਨੂੰ ਲਾ ਕੇ ਕਵੀ ਦਰਬਾਰ ਜਦੋਂ ਸੁਣਿਆ ਕਰਦੇ ਸੀ ਨਾ, ਤੇ ਆਪ ਵੀ ਬਾਣੀ ਬੜੀ ਆਲਾ ਦਰਜੇ ਦੀ ਰਚਦੇ ਸੀ। ਤੇ ਉੱਥੇ ਜਮਨਾ ਸ਼ੋਰ ਪਾਵੇ, ਛਾਂ ਛਾਂ ਕਰੇ ਪਾਣੀ ਤੇ ਆਵਾਜ਼ ਸੁਣਾਈ ਨਾ ਦੇਵੇ। ਤੇ ਮਹਾਰਾਜ ਨਿਗਾਹ ਮਾਰੀ, ਕਹਿਣ ਲੱਗੇ ਜਮਨਾ ਰੌਲਾ ਨਾ ਪਾ, ਚੁੱਪ ਕਰਕੇ ਵਗ।
ਸਾਧ ਸੰਗਤ ਜੀ ਉਹ ਜਗ੍ਹਾ ਤੇ ਹੁਣ ਤੁਸੀਂ ਦੇਖੋ, ਦਾਸ ਨੇ ਤਾਂ ਬੜੀ ਵਾਰੀ ਤਾਂ ਉੱਥੇ ਕਥਾ ਵੀ ਕੀਤੀ, ਦਰਸ਼ਨ ਵੀ ਕੀਤੇ ਰਹੇ ਹਾਂ ਵੀ। ਉੱਥੇ ਮੀਲ ਮੀਲ ਤੱਕ ਦੋਵੇਂ ਪਾਸੇ ਪਾਣੀ ਦਾ ਕੋਈ ਸ਼ੋਰ ਨਹੀਂ, ਉਹ ਉੱਪਰ ਚਲੇ ਜੋ ਛਾਂ 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 ਕਰਦੀ ਹੈ। ਸੋ ਸੰਤਾਂ ਦੀ ਤਾਂ ਖੇਡ ਨਿਆਰੀ ਹੁੰਦੀ ਹੈ। ਉਹ ਤਾਂ ਚਲਦੇ ਦਰਿਆ ਰੋਕ ਦਿੰਦੇ ਨੇ ਤੇ ਪਹਾੜਾਂ ਨੂੰ ਤੁਰਨੇ ਲਾ ਦਿੰਦੇ ਨੇ। ਹਾਂਜੀ, ਅੰਤ ਸੰਤ ਕੋ ਕੋਈ ਨਾ ਪਾਵੈ ਹੈ। ਗੁਰੂ ਅਰਜਨ ਸਾਹਿਬ ਕਹਿੰਦੇ, ਗੰਗਾ ਸੰਤਾਂ ਦਾ ਅੰਤ ਕੋਈ ਨਹੀਂ ਪਾ ਸਕਦਾ। ਸੰਤਾਂ ਦੀ ਮਹਿਮਾ ਤੇ ਵੇਦ ਵੀ ਨਹੀਂ ਜਾਣਦੇ। ਸੰਤਾਂ ਦੀ ਮਹਿਮਾ ਨੂੰ ਮਹਿਮਾ ਨਾ ਜਾਣੈ ਵੇਦ, ਅਵਤਾਰ ਨਾ ਜਾਣੈ ਭੇਦ। ਸੰਤਾਂ ਦੀ ਮਹਿਮਾ ਨੂੰ ਤੇ ਵੇਦ ਵੀ ਨਹੀਂ ਜਾਣਦੇ, ਇੰਨੀ ਮਹਿਮਾ ਮਹਾਨ ਹੁੰਦੀ ਹੈ। ਹਾਂਜੀ, ਸੁਰ ਨਰ ਅਸੁਰ ਜਾਤ ਸਭ ਹਾਰ। ਦੇਵਤੇ ਵੀ ਜ਼ੋਰ ਲਾ ਰਹਿਣ, ਰਾਖਸ਼ ਵੀ ਜ਼ੋਰ ਲੈਣ, ਸੰਤਾਂ ਦੀ ਮਹਿਮਾ ਅੱਗੇ ਹਾਰ ਜਾਂਦੇ ਆ। ਸੰਤਾਂ ਦੀ ਮਹਿਮਾ ਨੂੰ ਦੇਵਤੇ ਵੀ ਨਹੀਂ ਜਾਣਦੇ, ਦੈਂਤ ਵੀ ਨਹੀਂ ਜਾਣਦੇ। ਹਾਂਜੀ, ਸੰਤ ਹੁਕਮ ਕੇ ਫੇਰ ਨਾ ਸਕਹਿ। ਹਾਂ, ਸੰਤਾਂ ਦੇ ਹੁਕਮ ਨੂੰ ਰੱਬ ਵੀ ਨਹੀਂ ਮੇਟ ਸਕਦਾ। ਮੇਰੀ ਬੰਧੀ ਭਗਤ ਛੁਡਾਵੇ, ਬੰਧ ਹੈ ਭਗਤ ਨਾ ਛੂਟੈ ਮੋਹੇ। ਮੈਂ ਬੰਨ ਦਿਆਂ, ਮੇਰੇ ਭਗਤ ਛੁਡਾ ਸਕਦੇ ਨੇ। ਭਗਤ ਬੰਨ ਦੇਣ, ਮੈਂ ਨਹੀਂ ਛੁਡਾ ਸਕਦਾ। ਇਹ ਅਟਲ ਬਚਨ ਹੈ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ। ਹਾਂਜੀ, ਸਗਰੇ ਸਾਦਰ ਲੈ ਸਿਰ ਧਾਰ। ਕਹਿੰਦੇ ਸਾਰੀਆਂ ਤਾਕਤਾਂ, ਸਾਰੇ ਦੇਵੀ ਦੇਵਤੇ, ਸਾਰੀਆਂ ਸ਼ਕਤੀਆਂ ਸੰਤਾਂ ਦੇ ਹੁਕਮ ਨੂੰ ਸਿਰ ਤੇ ਸਤਿਕਾਰ ਨਾਲ ਮੰਨ ਲੈਂਦੀਆਂ। ਉਹ ਕਹਿੰਦੇ ਵੀ ਜੋ ਇਹਨਾਂ ਨੇ ਕਹਿਤਾ ਠੀਕ ਹੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਹਾਂਜੀ, ਬੁੱਢਾ ਸਾਹਿਬ ਤਪ ਕੀ ਮੂਰਤ। ਮਹਾਰਾਜ ਕਹਿੰਦੇ, ਗੰਗਾ ਬਾਬਾ ਬੁੱਢਾ ਸਾਹਿਬ ਜੀ ਤਪ ਦੀ ਮੂਰਤੀ ਹਨ। ਉਹਨਾਂ ਨੇ ਜੋ ਤਪ ਕੀਤਾ, ਜੋ ਉਹਨਾਂ ਨੇ ਸਾਧਨਾ ਸਾਧੀ ਹੈ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਸਾਡੇ ਤੱਕ 5 ਪਾਤਸ਼ਾਹੀਆਂ ਨੂੰ ਉਹਨਾਂ ਨੇ ਸਨਮੁਖ ਹੋ ਕੇ ਦੇਖਿਆ ਹੈ। ਹਾਂਜੀ, ਆਤਮ ਗਿਆਨੀ ਗੁਣ ਗਨਸਾਰ। ਬਾਬਾ ਬੁੱਢਾ ਸਾਹਿਬ ਜੀ ਆਤਮ ਗਿਆਨੀ ਹਨ। ਸਭ ਤੋਂ ਵੱਡੀ ਪਦਵੀ ਇਸ ਸੰਸਾਰ 'ਚ ਆਤਮ ਗਿਆਨੀ ਦੀ, ਬ੍ਰਹਮ ਗਿਆਨੀ ਦੀ ਹੈ। ਉਹ ਪੂਰਨ ਆਤਮ ਗਿਆਨੀ ਹਨ, ਮਹਾਪੁਰਸ਼ ਹਨ, ਗੁਣਾਂ ਦੇ ਖਜ਼ਾਨੇ ਹਨ। ਹਾਂਜੀ, ਜਹ ਸੇਵੇ ਬਾਂਛਤ ਹੈ ਪ੍ਰਾਪਤ। ਜਿਨ੍ਹਾਂ ਦੀ ਸੇਵਾ ਕਰਨ ਨਾਲ ਸਭ ਕੁਝ ਹੀ ਮਿਲ ਜਾਂਦਾ ਹੈ, ਮੂੰਹ ਮੰਗੀਆਂ ਮੁਰਾਦਾਂ ਪ੍ਰਾਪਤ ਹੁੰਦੀਆਂ ਹਨ। ਹਾਂਜੀ, ਦੁਖ ਦਾਰਦ ਕੇ ਦੁੰਦ ਬਰਦਾਰ। ਬਾਬਾ ਬੁੱਢਾ ਸਾਹਿਬ ਜੀ ਦੁੱਖਾਂ ਦਰਿਦਰਾਂ ਨੂੰ ਦੂਰ ਕਰਨ ਵਾਲੇ ਹਨ। ਹਾਂਜੀ, ਦੋਹਰਾ ਇਤਿਆਦਿਕ ਗੁਣ ਬ੍ਰਿਧ ਕੇ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੀਆਂ ਵਡਿਆਈਆਂ ਗੁਰੂ ਅਰਜਨ ਸਾਹਿਬ ਆਪਣੇ ਮੁਖ ਤੋਂ ਦਸੀਆਂ। ਗੰਗਾ ਜੀ, ਇਹ ਸਾਧੂ ਜੋ ਚਾਹਣ ਸੋ ਕਰ ਸਕਦੇ ਹਨ। ਸਾਧਾਂ ਦੀ ਮਹਿਮਾ, ਸੰਤਾਂ ਦੀ ਮਹਿਮਾ ਅਗਾਧ ਬੋਧ ਹੈ। ਹਾਂਜੀ, ਵਰਨੇ ਸ਼੍ਰੀ ਮੁਖ ਆਪ। ਆਪਣੇ ਮੁਖਾਰ ਬਿੰਦ ਤੋਂ ਗੁਰੂ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਵੀ ਮਹਿਮਾ ਦੱਸੀ ਹੈ। ਸਾਧੂ ਦੀ ਮਹਿਮਾ ਲਿਖੀ ਹੈ, ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾਂ ਕੀ ਅਚਰਜ ਕਥਾ। ਤੇ ਫਿਰ ਮਹਾਰਾਜ ਨੇ ਬ੍ਰਹਮ ਗਿਆਨੀ ਦੀ ਮਹਿਮਾ ਦੱਸੀ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਹ ਸਾਰੀ ਅਸ਼ਟਪਦੀ 'ਚ ਉਹਦੀ ਵਿਆਖਿਆ ਕੀਤੀ ਹੈ। ਫਿਰ ਮਹਾਰਾਜ 13ਵੀਂ ਅਸ਼ਟਪਦੀ 'ਚ ਸੰਤ ਪਦ ਦੀ ਵਿਆਖਿਆ ਕੀਤੀ ਹੈ ਕਿ ਸੰਤ ਸਰਣ ਜੋ ਜਨ ਪਰੈ, ਸੋ ਜਨ ਉਧਰਣ ਹਾਰ। ਸੰਤ ਕੀ ਨਿੰਦਾ ਨਾਨਕਾ, ਬੌਰ ਬੌਰ ਅਵਤਾਰ। ਐਸੇ ਮਹਾਰਾਜ ਪੰਜਵੇਂ ਪਾਤਸ਼ਾਹ ਆਪਣੀ ਬਾਣੀ 'ਚ ਬਾਰ-ਬਾਰ ਸੰਤਾਂ ਦੀ ਮਹਿਮਾ ਦੱਸਦੇ ਹਨ। ਅਰਦਾਸ ਕਰਦੇ ਨੇ, ਅੰਤਰਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਸੋ ਸਾਧ ਸੰਗਤ ਜੀ, ਮਾਤਾ ਗੰਗਾ ਜੀ ਨੂੰ ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਮਹਿਮਾ ਦੱਸੀ ਹੈ। ਹਾਂਜੀ, ਸੁਨ ਗੰਗਾ ਬੰਦਨ ਕਰੀ। ਸੁਣ ਕੇ ਮਾਤਾ ਗੰਗਾ ਜੀ ਨੇ ਪੰਜਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਹਾਂਜੀ, ਧੰਨ ਸਿੱਖ ਨਿਸ਼ਟਾਪ। ਹਾਂ, ਹੇ ਸਤਿਗੁਰੂ ਜੀ, ਆਪ ਜੀ ਧੰਨ ਹੋ। ਆਪ ਜੀ ਦੇ ਸਿੱਖ ਵੀ ਧੰਨ ਹਨ। ਆਪ ਜੀ ਧੰਨ ਹੋ ਕਿ ਆਪਣੇ ਸਿੱਖਾਂ ਨੂੰ ਇੰਨਾ ਮਾਣ ਦਿੰਦੇ ਹੋ। ਸਿੱਖ ਕਿੰਨੇ ਮਹਾਨ ਹਨ ਜਿਹੜੇ ਆਪ ਜੀ ਦੀਆਂ ਅੱਖਾਂ ਵਿੱਚ ਉੱਚੇ ਹਨ। ਹਾਂਜੀ, ਜਨਮਦਾਰ ਦੀ ਕਰ ਬਿਖੈ। ਜਿਵੇਂ ਸਾਧ ਸੰਗਤ ਜੀ, ਕੋਈ ਜਨਮ ਤੋਂ ਭਿਖਾਰੀ ਹੋਵੇ, ਜਨਮ ਦਾ ਦਲਿਦਰੀ ਗਰੀਬ ਹੋਵੇ, ਭੁੱਖ ਮਰੀ ਨਾਲ ਮਰਿਆ ਹੋਵੇ, ਕਲਪ ਤਰੁ ਜਿਮ ਪਾਏ। ਉਹਦੇ ਘਰ 'ਚ ਕਲਪ ਬਿਰਛ ਲੱਗ ਜਾਵੇ। ਬਹੁਤ ਗਰੀਬ ਬੰਦਾ ਜਿਹਦੇ ਘਰ ਕਦੀ ਖੁਸ਼ਹਾਲੀ ਆਈ ਨਾ ਹੋਵੇ,
ਰੋਟੀ ਪੱਕੀ ਨਾ ਹੋਵੇ, ਕੱਪੜਾ ਨਾ ਚੱਜਦਾ ਹੋਵੇ, ਰਹਿਣ ਨੂੰ ਮਕਾਨ ਨਾ ਹੋਵੇ, ਬਾਹਲਾ ਗਰੀਬ ਬੰਦਾ, ਦੁਖੀ ਬੰਦਾ, ਉਹਦੇ ਘਰ ਕਲਪ ਬਿਰਛ ਆ ਜਾਵੇ। ਕਲਪ ਬਿਰਛ ਐਸਾ ਬਿਰਛ ਹੈ, ਉਹਨੂੰ ਗੁਰਬਾਣੀ 'ਚ ਕਲਪ ਬਿਰਛ ਵੀ ਲਿਖਿਆ ਹੈ, ਉਹਨੂੰ ਪਾਰਜਾਤ ਵੀ ਲਿਖਿਆ ਹੈ। ਕਹਿੰਦੇ ਹਨ ਇੰਦਰ ਦੇ ਬਾਗ ਵਿੱਚ ਹੈ, ਧਰਤੀ ਤੇ ਨਹੀਂ। ਇੰਦਰ ਦੇ ਕੋਲੋਂ ਭਗਵਾਨ ਕ੍ਰਿਸ਼ਨ ਜੀ ਲੈਣ ਗਏ ਸਨ, ਕਿਉਂਕਿ 7 ਭਾਵਾਂ ਉਹਨਾਂ ਦੀ ਇੱਕ ਗੋਪੀ ਸੀ। ਜਿਹੜੀਆਂ ਮੇਨ 8 ਰਾਣੀਆਂ ਸਨ ਕ੍ਰਿਸ਼ਨ ਦੀਆਂ, ਉਹਨਾਂ ਵਿੱਚੋਂ ਇੱਕ ਦਾ ਨਾਂ ਸੀ 7 ਭਾਵਾਂ। ਕਹਿਣ ਲੱਗੀ ਤੁਹਾਡੀ ਪਤਨੀ ਬਣਨ ਦਾ ਮੈਨੂੰ ਕੀ ਫਾਇਦਾ, ਰੁੱਸ ਕੇ ਬਹਿ ਗਈ। ਕ੍ਰਿਸ਼ਨ ਕਹਿੰਦੇ ਵੀ ਰੁੱਸਦੀ ਕਿਉਂ ਹੈ, ਕੀ ਚਾਹੁੰਦੀ ਹੈ? ਕਹਿੰਦੀ ਮੈਨੂੰ ਤੇ ਤਾਂ ਮੈਂ ਤੇਰੇ ਨਾਲ ਬੋਲਾਂਗੀ ਜੇ ਮੈਨੂੰ ਪਾਰਜਾਤ ਲਿਆ ਕੇ ਦਿਓ। ਕ੍ਰਿਸ਼ਨ ਕਹਿੰਦੇ ਮੰਗੋ ਮੰਗੀ ਦੀ ਜਿਹੜੀ ਹੋ ਸਕੇ। ਪਾਰਜਾਤ ਕੋਈ ਧਰਤੀ ਤੇ ਹੋਵੇ ਤਾਂ ਮੈਂ ਲਿਆ ਦਿਆਂ, ਧਰਤੀ ਤੇ ਹੈ ਹੀ ਨਹੀਂ, ਸਵਰਗਾਂ ਵਿੱਚ ਹੈ। ਕਹਿਣ ਲੱਗੀ ਤੁਹਾਨੂੰ ਕੀ ਔਖਾ ਹੈ, ਕੋਈ ਹੋਰ ਹੋਵੇ ਤੇ ਮੈਂ ਨਾ ਕਵਾਂ, ਤੁਸੀਂ ਕਰਨ ਕਾਰਨ ਸਮਰੱਥ ਹੋ, ਮੈਨੂੰ ਲਿਆ ਕੇ ਦਿਓ। ਤੋ ਗੋਪੀ ਨੂੰ ਖੁਸ਼ ਕਰਨ ਲਈ ਮਹਾਰਾਜ ਕ੍ਰਿਸ਼ਨ ਜੀ ਗਏ ਸਨ ਤੇ ਇੰਦਰ ਨਾਲ ਯੁੱਧ ਕਰਕੇ ਕਲਪ ਬਿਰਛ ਥੋੜ੍ਹੇ ਸਮੇਂ ਲਈ ਲਿਆ ਕੇ ਆਏ ਸਨ। ਉਹ ਆਸਾ ਦੀ ਵਾਰ 'ਚ ਪੜ੍ਹਦੇ ਆ, ਪਾਰਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ। ਤੇ ਸਾਧ ਸੰਗਤ ਜੀ ਉਹ ਕਿਉਂ, ਉਹਦਾ ਕੀ ਗੁਣ ਹੈ ਉਹਦੇ ਵਿੱਚ, ਜਿਹਦੇ ਵਾਸਤੇ ਇੰਨਾ ਕ੍ਰਿਸ਼ਨ ਜੀ ਨੂੰ ਤਰੱਦਦ ਕਰਨਾ ਪਿਆ, ਮਿਹਨਤ ਕਰਨੀ ਪਈ? ਗੁਣ ਇਹ ਹੈ ਵੀ ਉਹਦੇ ਕੋਲ ਜਿਹੜਾ ਵੀ ਫਲ ਮੰਗੋ ਉਹ ਮਿਲ ਜਾਂਦਾ, ਜਿਹੜਾ ਵੀ ਸੁੱਖ ਮੰਗੋ ਉਹ ਮਿਲ ਜਾਂਦਾ, ਜਿਹੜਾ ਫੁਰਨਾ ਕਰੋ ਉਹੀ ਮਿਲ ਜਾਂਦਾ। ਉਹਦੇ ਥੱਲੇ ਜਾ ਕੇ ਬਹਿ ਜਾਵੇ ਪਾਰਜਾਤ ਦੇ ਕੋਈ ਬੰਦਾ ਤੇ ਉਹਦੇ ਮਨ 'ਚ ਜਿਹੜੀ ਚੀਜ਼ ਸੋਚੇ ਉਹੀ ਮਿਲ ਜਾਣੀ, ਉਹੀ ਫਲ ਮਿਲ ਜਾਣਾ, ਉਹੀ ਸੁੱਖ ਮਿਲ ਜਾਣਾ। ਇਹ ਉਹਦਾ ਗੁਣ ਮੰਨਿਆ ਗਿਆ। ਕਲਪ ਬਿਰਛ ਯਾਨੀ ਕਲਪਨਾ ਕਰੇ, ਕਲਪਨਾ ਕਰੇ ਤੇ ਚੀਜ਼ ਆ ਜਾਵੇ। ਕਲਪਨਾ ਕਰੇ ਵੀ ਮੈਨੂੰ ਅੰਬ ਖਾਣੇ, ਉਸੇ ਵੇਲੇ ਹਾਜ਼ਰ। ਕਲਪਨਾ ਕਰੇ ਵੀ ਮੈਨੂੰ ਫਲਾਣਾ ਸੁੱਖ ਚਾਹੀਦਾ, ਉਹ ਹਾਜ਼ਰ। ਇਹ ਸੋਨਾ ਹੀਰੇ ਮੋਤੀ ਜੋ ਮੰਗੇ ਰਾਜ ਭਾਗ ਉਹ ਵੀ ਹਾਜ਼ਰ। ਉਹ ਕਲਪ ਬਿਰਛ ਦਾ ਗੁਣ ਹੈ। ਸੱਚੇ ਪਾਤਸ਼ਾਹ ਕਹਿੰਦੇ ਗੰਗਾ ਜੀ ਜਿਹੜੇ ਸੰਤ ਨੇ ਇਹ ਵੀ ਕਲਪ ਬਿਰਛ ਨੇ। ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਵੀ ਕਲਪ ਬਿਰਛ ਹੈ। ਪਾਰਜਾਤ ਹਰ ਹਰ ਰੁੱਖ, ਕਾਮ ਧੇਨ ਪਾਰਜਾਤ ਹਰ ਹਰ ਰੁੱਖ, ਨਾਨਕ ਸਰਣ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨ ਤੁਖ। ਇਹ ਮਹਾਂਪੁਰਸ਼ਾਂ ਦੇ ਰਸਨਾ ਤੋਂ ਜੇ ਬਚਨ ਨਿਕਲੇ, ਮਾਤਾ ਗੰਗਾ ਜੀ ਇੰਨੇ ਖੁਸ਼ ਹੋ ਗਏ ਵੀ ਜਿਵੇਂ ਕਿਸੇ ਭਿਖਾਰੀ ਨੂੰ ਕਲਪ ਬਿਰਛ ਮਿਲ ਜਾਏ ਤੇ ਉਹ ਖੁਸ਼ ਹੁੰਦਾ ਹੈ। ਹਾਂਜੀ, ਗੰਗਾ ਭਈ, ਮਾਤਾ ਗੰਗਾ ਜੀ ਇਸ ਤਰ੍ਹਾਂ ਖੁਸ਼ ਹਨ। ਚਿੰਤਾ ਸਕਲ ਮਿਟਾਏ, ਸਾਰੀ ਚਿੰਤਾ ਮਾਤਾ ਦੀ ਖਤਮ ਹੋ ਗਈ ਹੈ। ਆਪਣੇ ਪਤੀ ਦੇਵ ਸਤਿਗੁਰੂ ਪੰਜਵੇਂ ਪਾਤਸ਼ਾਹ ਨੂੰ ਪਹਿਲਾਂ ਪ੍ਰਸ਼ਾਦਾ ਛਕਾਇਆ। ਪੁਰਾਤਨ ਸਮੇਂ ਮਾਤਾਵਾਂ ਇਹਨਾਂ ਗੱਲਾਂ ਦਾ ਬੜਾ ਖਿਆਲ ਰੱਖਦੀਆਂ ਸਨ। ਪਹਿਲਾਂ ਪਤੀ ਨੂੰ ਪ੍ਰਸ਼ਾਦਾ ਛਕਾਉਣਾ, ਫਿਰ ਆਪ ਛਕਣਾ। ਮਾਤਾ ਗੰਗਾ ਜੀ ਨੇ ਪਹਿਲਾਂ ਸਤਿਗੁਰੂ ਜੀ ਨੂੰ ਪ੍ਰਸ਼ਾਦਾ ਛਕਾਇਆ। ਹਾਲਾਂਕਿ ਸਵੇਰ ਦੇ ਮਾਤਾ ਜੀ ਨੇ ਕੁਝ ਛਕਿਆ ਨਹੀਂ, ਖਾਲੀ ਨਿਰਣੇ ਪੇਟ ਗਏ ਸਨ ਤੇ ਉਸੇ ਤਰ੍ਹਾਂ ਹੀ ਵਾਪਸ ਆਏ ਬੀੜ ਸਾਹਿਬ ਤੋਂ ਤੇ ਸਤਿਗੁਰੂ ਜੀ ਨੂੰ ਪ੍ਰਸ਼ਾਦਾ ਛਕਾਇਆ ਹੈ। ਹਾਂਜੀ, ਪ੍ਰੇਮ ਬੈਠੀ ਨਿਕਟ, ਤੇ ਪ੍ਰੇਮ ਦੇ ਨਾਲ ਪਰਮ ਪ੍ਰੇਮ ਬੈਠੀ ਨਿਕਟ, ਬੜੇ ਪ੍ਰੇਮ ਨਾਲ ਗੁਰੂ ਸਾਹਿਬ ਦੇ ਕੋਲ ਬੈਠੀ ਹੈ। ਮਾਤਾ ਪੱਖਾ ਝੱਲਦੀ ਹੈ। ਆਪਨ ਮੁਖ ਪਾਏ। ਉਸ ਤੋਂ ਬਾਅਦ ਸਤਿਗੁਰਾਂ ਨੇ ਜਦੋਂ ਪ੍ਰਸ਼ਾਦਾ ਛਕ ਲਿਆ, ਸਤਿਗੁਰੂ ਜੀ ਵਾਲੀ ਥਾਲੀ ਦੇ ਵਿੱਚੋਂ ਸੀਤ ਪ੍ਰਸ਼ਾਦ ਲੈ ਕੇ ਮਾਤਾ ਜੀ ਨੇ ਛਕ ਲਿਆ। ਹਾਂਜੀ, ਚਿਤ ਚਿੰਤਾ ਕਾਟੀ ਬਿਗਟ, ਔਰ ਜਿਹੜੀ ਚਿੰਤਾ ਸੀ ਉਹ ਸਾਰੀ ਦੂਰ ਹੋ ਗਈ। ਕਈ ਸਾਲਾਂ ਤੋਂ ਇਹ ਚਿੰਤਾ ਹਰ ਵੇਲੇ ਖਾਂਦੀ ਰਹਿੰਦੀ ਸੀ ਤੇ ਸ਼ਰੀਕਾਂ ਦੇ ਬੋਲ ਸੁਣਨੇ, ਕਰਮੋਂ ਨੇ ਜਠਾਣੀ ਨੇ ਕਹਿੰਦੇ ਰਹਿਣਾ ਇਹਨਾਂ ਦੇ ਤੇ ਕੋਈ ਹੋਣਾ ਹੀ ਨਹੀਂ ਨਿਆਣਾ ਬੱਚਾ, ਇਹਨਾਂ ਦਾ ਤਾਂ ਉਤਰਿਆਂ ਦਾ ਹੀ ਸਾਰਾ ਕੁਝ ਚਲੇ ਜਾਣਾ, ਅਸੀਂ ਸਾਂਭ ਲੈਣਾ। ਇੱਦਾਂ ਦੀਆਂ ਗੱਲਾਂ ਮਾਰਦੀ ਸੀ। ਕਰਮੋਂ ਜਠਾਣੀ ਸੱਚੇ ਪਾਤਸ਼ਾਹ ਜੀ ਦੀ ਵੱਡੀ ਭਰਜਾਈ ਸੀ, ਪ੍ਰਿਥੀ ਦੀ ਘਰ ਵਾਲੀ ਸੀ। ਤੇ ਉਹ ਬਚਨ ਅੱਜ ਸਾਰੇ ਦੁੱਖ ਜਿਹੜੇ ਨੇ ਮਿਟ ਗਏ ਨੇ ਕਿ ਮਾਤਾ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਸਾਡੇ ਘਰ ਮਹਾਰਾਜ ਗੁਰੂ ਨਾਨਕ ਦੀ ਕਿਰਪਾ ਨਾਲ ਮਹਾਬਲੀ ਯੋਧਾ ਪੁੱਤਰ ਜਨਮ ਲਵੇਗਾ। ਆਨੰਦ ਮਾਨ, ਬੜੇ ਆਨੰਦ ਦੇ ਨਾਲ ਸੁੱਤੇ ਹਨ। ਸੁਖਤ ਜਥਾ ਸੁਖ ਹੋਇ ਰਹੇ, ਸੁਖ ਦੇ ਨਾਲ ਬਿਰਾਜਮਾਨ ਹੋਏ। ਮਾਤਾ ਜੀ ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਣੜਾ ਫਿਰ ਮਿਲਿਆ। ਅੱਜ ਖੁਸ਼ੀ ਹੈ, ਮਨ ਮੰਗੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਨੇ। ਹਾਂਜੀ,
ਪਦ ਬੰਠਨ ਠਾਨ। ਐਸੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਧੰਨ ਮਾਤਾ ਗੰਗਾ ਜੀ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਕਵ ਸੰਤੋਖ ਸਿੰਘ ਗੁਣ ਕਹੇ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਮੈਂ ਅਧਿਆਏ ਪੂਰਾ ਕਰ ਰਿਹਾ ਹਾਂ। ਇਹ ਕਥਾ ਮੈਂ ਨਹੀਂ ਕਹਿ ਰਿਹਾ, ਇਹ ਉਹਨਾਂ ਦੀ ਕਿਰਪਾ ਨਾਲ ਕਹੀ ਜਾ ਰਹੀ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਮਾਤਾ ਗੰਗਾ ਜੀ, ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਮੀਰੀਆਂ ਪੀਰੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਜਿਨ੍ਹਾਂ ਦਾ ਅਵਤਾਰ ਹੋਣਾ, ਉਹਨਾਂ ਦੀ ਕਿਰਪਾ ਨਾਲ ਹੀ ਉਹਨਾਂ ਦੀ ਕਥਾ ਕਹੀ ਜਾ ਰਹੀ ਹੈ। ਸੋ ਸਾਧ ਸੰਗਤ ਜੀ, ਆਪ ਵੱਡ ਭਾਗੇ ਹੋ, ਗੁਰੂ ਚਰਨਾਂ ਵਿੱਚ ਬੈਠ ਕਰਕੇ ਇਸ ਕਥਾ ਦਾ ਆਨੰਦ ਮਾਣਦੇ ਹੋ। ਸੋ ਇਹ ਅਧਿਆਏ ਇੱਥੇ ਹੀ ਸੰਪੂਰਨ ਹੋਇਆ ਹੈ। ਅਗਲੇ ਅਧਿਆਏ ਵਿੱਚ ਆਪਾਂ ਸਰਵਣ ਕਰਾਂਗੇ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਦਾ ਅਵਤਾਰ ਕਿਸ ਤਰ੍ਹਾਂ ਹੋਵੇਗਾ, ਤੇ ਮਾਂ ਬਲੀ ਜੋਧੇ ਸਤਿਗੁਰਾਂ ਦਾ ਨਾਮ ਸੰਸਕਾਰ, ਫਿਰ ਉਹਨਾਂ ਨੂੰ ਵਿੱਦਿਆ ਪੜ੍ਹਾਈ, ਬਾਬਾ ਬੁੱਢਾ ਜੀ ਨੇ ਸ਼ਸਤਰ ਵਿੱਦਿਆ ਸਿਖਾਈ, ਸਾਰੇ ਗੁਣਾਂ 'ਚ ਸੰਪੂਰਨ ਉਹ ਮਹਾਬਲੀ ਛੇਵੇਂ ਪਾਤਸ਼ਾਹ ਦਾ ਇਤਿਹਾਸ ਆਪਾਂ ਸੁਣਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।